अस्सलाम वालेकुम नाज़रीन, आपका मेज़बान मोहम्मद रिज़वानुल्लाह आपकी खिदमत में हाज़िर है। आप देख रहे हैं नवाब न्यूज़ एचडी इंटरनेशनल सोशल मीडिया चैनल। इस वक्त मेरे साथ मौजूद है मोहम्मद अवैस गुमर सियालकोटी। इनसे जानते हैं सियालकोट से ये सफ़र मोटरसाइकिल पर तय करके बूरेवाला में तशरीफ़ लाए, इनको ये सफ़र कैसा लगा? जी अस्सलाम वालेकुम। जी, वालेकुम सलाम रहमतुल्लाह। सर कैसे हैं आप, ठीक हैं? जी, अल्लाह दा शुक्र, तुसीं सुनाओ? सर आपने तो आखिरी कर दी, किसी दोस्त ने ऐसा नहीं किया जिस तरह के आपने ये कदम उठाया। मोटरसाइकिल पर कहाँ से सफ़र शुरू किया और बूरेवाला में कितनी देर में आप कितने दिनों में इधर पहुँचे हैं? जी। ਸਭ ਤੋਂ ਪਹਿਲਾਂ ਤੇ ਤੁਹਾਡਾ ਸ਼ੁਕਰੀਆ ਨਵਾਬ ਟੀਵੀ ਵਾਲਿਆਂ ਦਾ, ਰਿਜ਼ਵਾਨ ਭਾਈ ਤੁਹਾਡਾ ਸ਼ੁਕਰੀਆ ਕਿ ਤੁਸੀਂ ਮਾਸ਼ਾਅੱਲਾ ਇਹ ਪਲੇਟਫਾਰਮ ਦੇ ਉੱਤੇ ਸਾਡੀ ਇਹ ਗੁਫ਼ਤਗੂ ਸ਼ੇਅਰ ਕੀਤੀ। ਦੂਸਰੀ ਬਾਤ ਇਹ ਵੇ ਕਿ ਮੈਨੂੰ ਖਿਆਲ ਕਿਸ ਤਰ੍ਹਾਂ ਆਇਆ, ਕਿਵੇਂ ਮਤਲਬ ਅਸਾਂ ਇਹ ਸਫ਼ਰ ਦਾ ਆਗਾਜ਼ ਕੀਤਾ। ਬਸ ਵੈਸੇ ਮੈਂ ਦੱਸਣ ਵਾਸਤੇ ਪਬਲਿਕ ਨੂੰ ਇਹ ਮੈਸੇਜ ਦੇਣ ਵਾਸਤੇ ਨਿਕਲਿਆ ਕਿ ਸਾਡਾ ਪੰਜਾਬ, ਸਾਡਾ ਪਾਕਿਸਤਾਨ ਬੜਾ ਪੁਰ-ਅਮਨ ਹੈ। ਤੁਸੀਂ ਮੋਟਰਸਾਈਕਲ ਤੇ ਜਾਓ, ਤੁਸੀਂ ਲੋਕਲ ਜਾਓ, ਤੁਸੀਂ ਸਾਈਕਲ ਤੇ ਜਾਓ, ਤੁਸੀਂ ਜਿਸ ਤਰ੍ਹਾਂ ਵੀ ਜਾਓ, ਸਾਡਾ ਪੰਜਾਬ ਪੁਰ-ਅਮਨ ਹੈ। ਕੋਈ ਇਹਦੇ ਵਿੱਚ ਐਸੀ ਵੈਸੀ ਬਾਤ नहीं। ਤੇ ਇੱਕ ਮੁਸਬਤ ਪੈਗਾਮ ਦੇਣ ਲਈ, ਇੱਕ ਅਮਨ ਦਾ ਪੈਗਾਮ ਦੇਣ ਵਾਸਤੇ ਮੈਂ ਮੋਟਰਸਾਈਕਲ ਤੇ ਨਿਕਲਿਆ ਜੀ। आपको सफ़र कैसा लगा? सफ़र के दौरान आपको किन-किन मुश्किलात का सामना करना पड़ा? सफ़र बड़ा खुशगवार है मेरा, बड़ा शानदार और बड़ा यादगार मेरा सफ़र है, ਜਿਹੜੇ ਦੇ ਵਿੱਚ ਗਰਮੀ ਤੇ ਆਲਰੇਡੀ ਹੈ ਹੀ, ਸਭ ਨੂੰ ਪਤਾ ਹੈ ਕਿ ਗਰਮੀ ਬਹੁਤ ਜ਼ਿਆਦਾ ਹੈ, ਲੇਕਿਨ ਮੁਸ਼ਕਿਲਾਤ ਮੈਨੂੰ ਅਜੇ ਤੱਕ ਸਫ਼ਰ ਦੇ ਵਿੱਚ ਕੋਈ ਨਹੀਂ ਆਈਆਂ। ਅਲਹਮਦੁਲਿਲਾ ਮੇਰਾ ਸਫ਼ਰ ਬੜਾ ਹਸੀਨ ਔਰ ਬੜਾ ਅੱਛਾ ਗੁਜ਼ਰ ਰਿਹਾ, ਕਿਉਂਕਿ ਗਰਮੀ ਦੇ ਵਿੱਚ ਮੈਂ ਸਫ਼ਰ ਕਰਦਾ ਹੀ ਨਹੀਂ। ਸੁਬਾਹ ਸਫ਼ਰ ਕਰਨਾ ਜਦੋਂ ਹੋਈਏ ਗਰਮੀ ਨਹੀਂ ਹੁੰਦੀ, ਜਾਂ ਫਿਰ ਪਿਛਲੇ ਟਾਈਮ ਠੰਡੇ ਹੋਏ ਸਫ਼ਰ ਕਰਨਾ ਉਦੋਂ ਵੀ ਗਰਮੀ ਨਹੀਂ ਹੁੰਦੀ। ਦੁਪਹਿਰ ਨੂੰ ਮੈਂ ਸਫ਼ਰ ਨਹੀਂ ਕਰਦਾ। सर आप गाड़ी पर भी सफ़र कर सकते थे, लेकिन आपने मोटरसाइकिल पर ही सफ़र करना क्यों पसंद किया? ऐसी कौन-सी वजह थी? ਉਹ ਵਜ੍ਹਾ ਇਹ ਵੀ ਕਿ ਗੱਡੀ ਦੇ ਵਿੱਚ ਜਦੋਂ ਜਾਈ ਤੇ ਬਰਾਸਤਾ ਮੋਟਰਵੇ ਅਸੀਂ ਕਿਸੇ ਵੀ ਸ਼ਹਿਰ ਚਲੇ ਜਾਂਦੇ ਹਾਂ ਤੇ ਸਾਨੂੰ ਜਿਹੜੇ ਵਿਚਲੇ ਇਲਾਕੇ ਨੇ, ਯਾਨੀ ਕਿ ਪਿੰਡਾਂ ਦਾ ਜਿਹੜਾ ਕਲਚਰ ਹੈ, ਮਾਹੌਲ ਹੈ, ਉਹ ਮੋਟਰਵੇ ਤੋਂ ਉਤਰਾਂਗੇ, ਪਿੰਡਾਂ 'ਚ ਜਾਵਾਂਗੇ ਤੇ ਫੇਰ ਹੀ ਨਜ਼ਰ ਆਏਗਾ ਨਾ। ਸੋ ਇਸ ਵਾਸਤੇ ਮੈਂ ਮੋਟਰਸਾਈਕਲ ਦਾ ਇੰਤਖਾਬ ਇਸ ਵਾਸਤੇ ਕੀਤਾ ਕਿ ਤਾਂ ਕਿ ਮੈਂ ਜਿੱਥੇ ਦਿਲ ਕਰੇ ਉੱਥੇ ਖਲੋਈਆਂ, ਜਿੱਥੇ ਦਿਲ ਕਰੇ ਉੱਥੇ ਬਹਿ ਜਾਂ, ਜਿੱਥੇ ਦਿਲ ਕਰੇ ਉੱਥੇ ਲੇਟ ਜਾਂ, ਜਿੱਥੇ ਦਿਲ ਕਰੇ ਮੈਂ ਵੀਡੀਓ ਬਣਾਵਾਂ, ਫੋਟੋ ਬਣਾਵਾਂ। ਹਾਲਾਂਕਿ ਕਾਰ 'ਚ ਵੀ ਜਾ ਕੇ ਮਤਲਬ ਇਹ ਕੰਮ ਹੋ ਸਕਦਾ ਸੀ, ਲੇਕਿਨ ਕਾਰ ਦੀ ਬਜਾਏ, ਗੱਡੀ ਦੀ ਬਜਾਏ ਮੈਂ ਮੋਟਰਸਾਈਕਲ 'ਤੇ ਆਪਣੇ ਆਪ ਨੂੰ ਆਜ਼ਾਦ ਫੀਲ ਕਰਨ, ਉਹ ਚੌਂ ਸ਼ੀਸ਼ਿਆਂ ਦੇ ਵਿੱਚ ਬੰਦ ਵੀ ਆਪਣੇ ਆਪ ਨੂੰ ਮੈਂ ਸਮਝਣਾ ਕਿ ਮੈਂ ਕੈਦ ਹੀ ਜਾ ਰਿਹਾ ਹਾਂ। ਹਾਲਾਂਕਿ ਏਸੀ ਦੇ ਵਿੱਚ ਸਗੋਂ ਸਫ਼ਰ ਆਸਾਨੀ ਨਾਲ ਗੁਜ਼ਰਦਾ, ਮਤਲਬ ਬੜਾ ਠੰਡੇ ਠੰਡੇ, ਬੜਾ ਆਰਾਮਦੇਹ ਸਫ਼ਰ ਹੋਣਾ ਸੀ ਕਾਰ ਵਾਲਾ। ਲੇਕਿਨ ਮੈਨੂੰ ਇੰਝ ਲੱਗਦਾ ਪਿਆ ਕਿ ਮੋਟਰਸਾਈਕਲ ਦਾ ਸਫ਼ਰ ਮੇਰੇ ਵਾਸਤੇ ਕਾਰ ਨਾਲੋਂ ਕਿਤੇ ਅੱਛਾ ਸਫ਼ਰ ਹੈ ਜੀ। कौन से शहर से और किस रोड से आपने सफ़र ये करना ये शुरू किया और आपका ये सफ़र किस जगह पर इख्तिताम होगा? हाँ, अभी तो मोहब्बत का आगाज है, अभी तो मोहब्बत का अंजाम होगा। बड़ा दिल नशीं तेरा अंदाज है, बड़ा खूबसूरत तेरा नाम होगा। सो मैं सियालकोट ਤੋਂ ਨਿਕਲਿਆ ਤੇ ਗੁਜਰਾਂਵਾਲਾ, ਗੁਜਰਾਂਵਾਲਾ ਤੋਂ ਆਇਆ ਸ਼ੇਖੂਪੁਰਾ, ਸ਼ੇਖੂਪੁਰਾ ਤੋਂ ਆਇਆ ਮੈਂ ਅੱਗੇ ਨਨਕਾਣਾ ਸਾਹਿਬ, ਨਨਕਾਣਾ ਸਾਹਿਬ ਤੋਂ ਸ਼ਾਹਕੋਟ, ਸ਼ਾਹਕੋਟ, ਸ਼ਾਹਕੋਟ ਤੋਂ ਮੈਂ ਫੈਸਲਾਬਾਦ, ਫੈਸਲਾਬਾਦ ਤੋਂ ਡਿਜਕੋਟ, ਡਿਜਕੋਟ ਤੋਂ ਮੈਂ ਸਮੁੰਦਰੀ, ਸਮੁੰਦਰੀ ਤੋਂ ਮੈਂ ਫਿਰ ਸਾਹੀਵਾਲ, ਸਾਹੀਵਾਲ ਤੋਂ ਮੈਂ ਆਰਫਵਾਲਾ, ਆਰਫਵਾਲਾ ਤੋਂ ਮੈਂ ਬੂਰੇਵਾਲਾ ਪਹੁੰਚਿਆ 7 ਦਿਨ ਦੇ ਵਿੱਚ। 7 दिन में? 7 ਦਿਨ ਦੇ ਵਿੱਚ, ਯਾਨੀ ਜਿਸ ਤਰ੍ਹਾਂ ਮੈਂ ਦੱਸਿਆ ਕਿ ਮੈਂ ਆਸਤਾ ਆਸਤਾ ਸਲੋ ਮੋਟਰਸਾਈਕਲ ਚਲਾਉਣਾ, 25 ਤੋਂ 30 ਦੀ ਰਫ਼ਤਾਰ ਮੇਰੀ ਹੁੰਦੀ ਹੈ, ਨਹੀਂ ਤੇ 20 ਦੀ ਰਫ਼ਤਾਰ ਸਲੋ, ਬਿਲਕੁਲ ਆਸਤਾ ਆਸਤਾ ਮੈਂ ਇੱਧਰ ਉੱਧਰ ਵੇਖਦਾ ਜਾਣਾ ਹੁੰਦਾ। ਤੇ ਇਹ ਮੈਂ 7 ਦਿਨ ਦੇ ਵਿੱਚ ਸਿਆਲਕੋਟ ਤੋਂ ਚੱਲ ਕੇ ਬੂਰੇਵਾਲਾ ਪਹੁੰਚਿਆ। इस सफ़र का इख्तिताम आप कहाँ कर रहे हैं? ਇਸ ਸਫ਼ਰ ਦਾ ਇਖਤਤਾਮ ਮੇਰੇ ਖਿਆਲ ਦੇ ਮੁਤਾਬਕ ਚੋਲਸਤਾਨ ਹੋਏਗਾ, ਚੋਲਸਤਾਨ ਰੋਈ। वापसी कितने दिनों तक आपने करनी है और कब घर पहुँचेंगे आप वापसी अपने घर में? ਇਹ ਵੀ 15 ਤਰੀਕ ਨੂੰ ਸ਼ਾਇਦ ਵਾਪਸੀ ਹੋ ਜੇ, लेकिन कन्फर्म नहीं है जी। आपके जो मेहमान खाने में वहाँ तो काफ़ी दोस्त वगैरह इंतज़ार कर रहे हैं, इंतज़ार की घड़ियाँ बहुत लंबी हो जाती हैं ना? मैंने जिन्ने मेरे मेहमान मैनू मिलन वास्ते इतवार वाले दिन आउंदे ने उन्हां सारिਆਂ ਨੂੰ मैं मैसेज दे दिता है कि मैं इतवार वाले दिन नहीं मिलांगा। फिर अगलियां 2 इतवारां भी मैं उन्हां ਨੂੰ ਕਹਿ ਚੁੱਕਿਆ कि अगलियां 2 इतवारां मैं मजीद मेहमान खाने अवेलेबल नहीं होवांगा। सो मेहमान मजीद आ रहे ने, लेकिन ਉਹਨਾਂ ਨੂੰ ਪਤਾ ਹੈ ਕਿ ਅਜੇ ਇੱਥੇ ਨਹੀਂ ਹੈ, ਜਿਨ੍ਹਾਂ ਨੂੰ
ਸਮਝ ਆ ਗਈ ਇਸ ਚੀਜ਼ ਦੀ ਕਿ ਉਹ ਅਜੇ ਨਹੀਂ ਮਿਲ ਸਕਦੇ, ਉਹ ਈਦੋਂ ਬਾਅਦ ਮੇਰੇ ਨਾਲ ਮੁਲਾਕਾਤ ਕਰਨ ਵਾਸਤੇ ਆਉਣਗੇ। ਜੀ ਜੀ। रास्तों में लोगों ने आपकी आमद पर गलों में फूलों के हार भी पहनाए, गुलदस्ते भी पेश किए, उनको क्या पैगाम देंगे? ਸ਼ੁਕਰੀਆ ਅਦਾ ਕਰਨਾ, ਲੱਖਾਂ ਕਰੋੜਾਂ ਵਾਰੀ ਅੱਲਾ ਦਾ ਸ਼ੁਕਰ ਅਦਾ ਕਰਨਾ ਕਿ ਅੱਲਾ ਪਾਕ ਦੀ ਜ਼ਾਤ ਨੇ ਮੈਨੂੰ ਇਸ ਤਰ੍ਹਾਂ ਦੇ ਚਾਹਣ ਵਾਲੇ ਦਿੱਤੇ। ਵਰਨਾ ਇੱਕ ਨਾਂ ਦੇ ਕਈ ਲੋਕ ਇੱਕ ਤਰ੍ਹਾਂ ਦੇ ਯਾਨੀ ਕਿ ਟਿਕਟਾਕਰ, ਫੇਸਬੁੱਕ, ਯੂਟਿਊਬਰ ਬੇਸ਼ੁਮਾਰ ਲੋਕ ਨੇ, ਲੇਕਿਨ ਮੈਨੂੰ ਅੱਲਾ ਪਾਕ ਦੀ ਜ਼ਾਤ ਨੇ ਇੱਕ ਮੈਨੂੰ ਫਿਰ ਪਹਿਚਾਣ ਦਿੱਤੀ, ਇੱਕ ਅਲੱਗ ਥਲੱਗ ਮੈਨੂੰ ਨਾਂ ਦਿੱਤਾ। ਔਰ ਇਸੇ ਤਰ੍ਹਾਂ ਹੀ ਮੈਨੂੰ ਮੇਰੇ ਚਾਹਣ ਵਾਲੇ ਵੀ ਅੱਲਾ ਪਾਕ ਦੀ ਜ਼ਾਤ ਨੇ ਬਤੌਰ ਤੋਹਫਾ ਅਤਾ ਕੀਤੇ। ਉਹਨਾਂ ਸਾਰਿਆਂ ਦਾ ਸ਼ੁਕਰੀਆ ਜਿਨ੍ਹਾਂ ਮੈਨੂੰ ਹਰ ਸ਼ਹਿਰ ਦੇ ਵਿੱਚ ਟਾਈਮ ਦਿੱਤਾ, ਮੌਕਾ ਦਿੱਤਾ, ਜਿਨ੍ਹਾਂ ਸਾਰਿਆਂ ਨੇ ਮੇਰੇ ਨਾਲ ਪਿਆਰ ਕੀਤਾ। ਔਰ ਜਿਨ੍ਹਾਂ ਨੂੰ ਨਹੀਂ ਮਿਲ ਸਕਿਆ ਉਹਨਾਂ ਕੋਲੋਂ ਸੌਰੀ ਬਾਈ। जो रास्ते में आपका आगे इंतजार कर रहे हैं भी, इधर से अवैस गुम्मन साहब आएंगे, उनको क्या पैगाम देंगे? ਰੂਟ ਸ਼ਡਿਊਲ ਚੇਂਜ ਹੁੰਦੇ ਰਹਿੰਦੇ ਨੇ। ਇਸ ਤਰ੍ਹਾਂ ਨਹੀਂ ਹੈ ਕਿ ਜਿਹੜੇ ਰੂਟ ਤੇ ਮੈਂ ਮਤਲਬ ਕਹਿ ਰਿਹਾ ਕਿ ਜਾ ਰਿਹਾ, ਮੁਮਕਿਨ ਹੈ ਕਿ ਮੈਂ ਉਸ ਤੋਂ ਥੋੜ੍ਹਾ ਅੱਗੇ ਜਾ ਕੇ ਤੇ ਰਾਈਟ ਲੈਫਟ ਟਰਨ ਲੈ ਲਾਂ। ਲੇਕਿਨ ਜਿੰਨੇ ਵੀ ਦੋਸਤ ਮੇਰੇ ਅਗਾਂਹ ਵੇਖਣ ਵਾਲੇ ਨੇ, ਸੁਣਨ ਵਾਲੇ, ਉਹਨਾਂ ਨੂੰ ਸਾਰਿਆਂ ਨੂੰ ਮੈਂ ਇਹ ਕਹਾਂਗਾ ਕਿ ਤੁਸੀਂ ਰਾਬਤੇ ਦੇ ਵਿੱਚ ਰਹੋ। ਮੁਮਕਿਨ ਹੈ ਕਿ ਮੈਂ ਤੁਹਾਡੇ ਵਾਲੇ ਸ਼ਹਿਰ ਗੁਜ਼ਰ ਜਾਵਾਂ ਤੇ ਉੱਥੇ ਤੁਹਾਡੇ ਨਾਲ ਮੁਲਾਕਾਤ ਹੋ ਜਾਵੇ। ਸੋ ਬੜੇ ਅੱਗੋਂ ਕਾਲਾਂ ਆ ਰਹੀਆਂ ਨੇ, ਯਾਨੀ ਕਿ ਹਾਸਲਪੁਰ, ਬਾਵਲ ਨਗਰ, ਬਾਬਲਪੁਰ, ਚੋਲਸਤਾਨ ਵਗੈरह वगैरह। मोटरसाइकिल पर आप अकेले सफर कर रहे हैं या आपके साथ कोई दोस्त भी है? ਮੈਂ ਬਿਲਕੁਲ ਇਕੱਲਾ, ਇੱਕ ਮੈਂ ਤੇ ਇੱਕ ਮੇਰੀ ਜਾਨ। ਇਹ ਅੱਲਾ ਦੀ ਜ਼ਾਤ ਹੈ ਜਾਂ ਮੋਟਰਸਾਈਕਲ, ਅਸੀਂ ਸਫ਼ਰ ਕਰਨੇ ਤੇ ਮੈਂ ਕੱਲਾ ਨਿਕਲਿਆ, ਕੋਈ ਮੇਰੇ ਨਾਲ ਮੇਰਾ ਹਮਸਫਰ ਫੀਕੇ ਸਫ਼ਰ ਨਹੀਂ ਹੈ। रास्ते में कोई खौफ वगैरह, क्योंकि आपको इतने टिकटॉकर स्टार हैं, मोटिवेशनल स्पीकर हैं, आपको कोई खौफ वगैरह नहीं? ਇਸੇ ਚੀਜ਼ ਦਾ ਮੈਂ ਪੈਗਾਮ ਦੇਣ ਵਾਸਤੇ ਮੋਟਰਸਾਈਕਲ ਤੇ ਨਿਕਲਿਆ ਕਿ ਸਾਡਾ ਪੰਜਾਬ ਪੁਰਅਮਨ ਹੈ। ਚਾਹੇ ਤੁਸੀਂ ਇੱਕ ਆਮ ਇਨਸਾਨ ਹੋ ਜਾਂ ਤੁਸੀਂ ਇੱਕ ਸਟਾਰ ਹੋ, ਬੇਸ਼ੱਕ ਖਤਰਾਤ ਹੁੰਦੇ ਨੇ, ਲੇਕਿਨ ਮੇਰੇ ਨਜ਼ਦੀਕ ਖਤਰਾ ਉਹਨੂੰ ਹੋਏਗਾ ਮੋਟਰਸਾਈਕਲ ਤੇ ਨਿਕਲਣ ਦਾ, ਜਾਂ ਇਕੱਲਿਆਂ ਨਿਕਲਣ ਦਾ, ਜਾਂ ਨੰਗੇ ਮੂੰਹ ਨਿਕਲਣ ਦਾ, ਜਾਂ ਬਗੈਰ ਸਿਕਿਉਰਿਟੀ ਤੋਂ ਨਿਕਲਣ ਦਾ ਖਤਰਾ ਉਹਨੂੰ ਹੋਏਗਾ ਜਿਹਨੇ ਨੇ ਕੋਈ ਗਲਤ ਕੀਤਾ ਹੋਏਗਾ। ਮੈਨੂੰ ਪਤਾ ਮੈਂ ਆਪਣੀ ਪਬਲਿਕ ਨਾਲ, ਆਪਣੇ ਪਿਆਰ ਕਰਨ ਵਾਲਿਆਂ ਨਾਲ ਜਾਂ ਆਪਣੇ ਵੇਖਣ ਵਾਲਿਆਂ ਨੂੰ ਕੋਈ ਗਲਤ, ਗੰਦਾ, ਬੁਰਾ, ਐਸਾ ਵੈਸਾ ਮੈਸੇਜ ਦਿੱਤਾ ਹੀ ਨਹੀਂ ਕਿ ਜਿਹੜਾ ਮੇਰੀ ਜਾਨ ਵਾਸਤੇ ਖਤਰਾ ਬਣੇ। ਦੂਜੀ ਗੱਲ, ਜਦੋਂ ਵਕਤ ਆਉਣਾ ਉਦੋਂ ਆ ਹੀ ਜਾਣਾ, ਜਦੋਂ ਟਾਈਮ ਆਉਣਾ ਉਦੋਂ ਬੇਸ਼ੱਕ ਮੇਰੇ ਨਾਲ ਗਾਰਡ ਹੋਣ, ਮੇਰੀਆਂ ਬੁਲਟ ਪ੍ਰੂਫ ਗੱਡੀਆਂ ਹੋਣ, ਬੰਬ ਪ੍ਰੂਫ ਗੱਡੀਆਂ ਹੋਣ, ਜਦੋਂ ਵਕਤ ਆ ਜਾਣਾ ਕਿ ਸ਼ਾਇਦ ਮੈਨੂੰ ਬਚਾ ਨਹੀਂ ਸਕਣਾ ਜੀ। ਸੋ ਮੈਂ ਬੇਖੌਫ ਜਾ ਰਿਹਾ। यानी कि आपका कहना है कि आपका ईमान बहुत ज़्यादा पुख्ता है। ਜੀ ਵੇਖੋ, ਤਵੱਕਲ ਹੈ ਇਸ ਚੀਜ਼ ਦੇ ਉੱਤੇ, ਯਕੀਨ ਹੈ ਕਿ ਮੌਤ ਤੋਂ ਪਹਿਲਾਂ ਭਾਵੇਂ ਦੁਨੀਆ ਦਾ ਕੋਈ ਬੰਦਾ ਵਸ ਕੁੱਟ ਲਿਆ ਉਨੀ ਦੇਰ ਤੱਕ ਅਸੀਂ ਮਰ ਨਹੀਂ ਸਕਦੇ, ਲੇਕਿਨ ਜਿੱਦਣ ਮੌਤ ਆ ਜਾਣੀ, ਸਾਡੇ ਸਾਰੇ ਰਿਸ਼ਤੇਦਾਰ, ਯਾਰ ਦੋਸਤ, ਸੱਜਣ, ਬੀਵੀ, ਬੱਚੇ, ਮਾਂ ਪਿਓ, ਭੈਣ ਭਰਾ ਸਾਨੂੰ ਬਚਾ ਨਹੀਂ ਸਕਦੇ ਜੀ। जिस शहर से आप या जिस गांव में आप जाते हैं, वहाँ के लोगों से मिलकर आपको कैसा लगता है? ਇਹਦੇ ਦੋਸਤਾਂ ਮਿਲਣ ਵਾਲਿਆਂ ਨੂੰ ਪੁੱਛਣਾ ਪੈਣਾ ਕਿ ਤੁਹਾਨੂੰ ਕਿੰਦਾ ਲੱਗਦਾ। ਮੈਨੂੰ ਤਾਂ ਸਾਰੇ ਚੰਗੇ ਲੱਗਣੇ ਨੇ। ਸੋ ਮੇਰੇ ਵਾਸਤੇ ਮਿਲਣ ਵਾਲੇ ਬੜੇ ਕਾਬਲੇ ਇਹਤਰਾਮ ਨੇ, ਔਰ ਜਿਨ੍ਹਾਂ ਨੂੰ ਮੈਂ ਮਿਲਣਾ, ਯਕੀਨਨ ਜਿਹੜਾ ਇੱਕ ਵਾਰੀ ਮਿਲ ਲੈਂਦਾ ਉਹ ਦੂਜੀ ਵਾਰੀ ਮਿਲਣ ਦੀ ਤਾਂਗ ਰੱਖਦਾ। ਇਸ ਤੋਂ ਵੱਡੇ ਲਫ਼ਜ਼ ਮੇਰੇ ਕੋਲ ਹੋਰ ਕੋਈ ਨਹੀਂ ਕਿ ਜਿਹੜਾ ਇੱਕ ਵਾਰੀ ਮੈਨੂੰ ਮਿਲ ਜਾਏ ਉਹ ਚਾਹੁੰਦਾ ਕਿ ਦੂਸਰੀ ਵਾਰੀ ਵੀ ਮੁਲਾਕਾਤ ਹੋਵੇ। ਅਲਹਮਦੁਲਿल्लाह। कोई भी दोस्त आपको किसी भी इनवाइट करता है प्रोग्राम में, तो क्या आप कोई डिमांड वगैरह पैसे की या कोई खर्चात की करते हैं? ਬਿਲਕੁਲ, ਮੈਨੂੰ ਕਿਸੇ ਚੀਜ਼ ਦੀ ਕਮੀ ਨਹੀਂ। ਅੱਲਾ ਪਾਕ ਦੀ ਜ਼ਾਤ ਨੇ ਸਾਰਾ ਕੁਝ ਹੀ ਦਿੱਤਾ ਤੇ YouTube ਚੈਨਲ ਤੋਂ ਜਿਹੜੀ ਪੇਮੈਂਟ ਆਉਂਦੀ ਹੈ ਉਹ ਵੀ ਵੇਖਣ ਵਾਲਿਆਂ ਦੇ ਜ਼ਰੀਏ ਹੀ ਆਉਂਦੀ ਹੈ ਨਾ। ਸੋ ਮੇਰੇ ਵੀਵਰ ਹੀ ਮੇਰਾ ਮਤਲਬ ਇਸ ਚੀਜ਼ ਦਾ ਉਹ ਉਹਨਾਂ ਦਾ ਹਮ ਕਿਰਦਾਰ ਹੈ। ਮੈਂ ਨਹੀਂ ਚਾਹੁੰਦਾ ਕਿ ਮੈਂ ਕਿਸੇ ਕੋਲ ਡਿਮਾਂਡ ਕਰਾਂ, ਲੇਕਿਨ ਜਿਹੜੇ ਬੁਲਾਉਣ ਵਾਲੇ ਨੇ, ਅੱਲਾ ਨੇ ਅਗਰ ਉਹਨਾਂ ਨੂੰ ਅਕਲ ਦਿੱਤੀ ਹੈ ਨਹੀਂ ਤੇ ਉਹ ਆਪ ਹੀ ਸਮਝਦੇ ਨੇ ਕਿ ਖਰਚਾ ਤੇ ਗੱਡੀ ਦਾ ਹੈ ਨਾ। ਸੋ ਮੈਂ ਡਿਮਾਂਡ ਨਹੀਂ ਕਰਦਾ, ਉਹ ਆਪੇ ਹੀ ਫਿਰ ਆਉਂਦੇ ਨੇ ਕਿ ਜਨਾਬ ਅਸੀਂ ਗੱਡੀ ਦਾ ਕਿਰਾਇਆ। ਉਸ ਤੋਂ ਇਲਾਵਾ ਕੀ ਹੈ, ਮੈਂ ਨਾ ਉਸ ਤੋਂ ਇਲਾਵਾ ਕਿਸੇ ਸ਼ੈ ਦੀ ਤਲਬ ਨਹੀਂ। ਮੇਰੀ ਕਿਸੇ ਵੀ ਪ੍ਰੋਗਰਾਮ ਦੀ ਕੋਈ ਡਿਮਾਂਡ ਨਹੀਂ ਹੁੰਦੀ, ਸਿਰਫ ਗੱਡੀ ਦਾ ਕਿਰਾਇਆ ਖਰਚਾ ਜਿਹੜਾ ਉਹ ਦੇ ਛੱਡ। सोशल मीडिया के अलावा आप कोई और भी कारोबार करते हैं? क्या काम करते हैं इसके अलावा? ਜੱਟਾਂ ਦੇ ਪੁੱਤਰ ਆ, ਮਾਲ ਡੰਗਰ ਜ਼ਿਮੀਂਦਾਰ ਆਈ ਤੇ ਸਾਡਾ ਕੰਮ ਹੈ ਸ਼ੁਰੂ ਤੋਂ ਲੈ ਕੇ। ਤੇ ਜੇ ਅਸਾਂ ਇਹ ਵੀ ਨਹੀਂ ਕਰਨਾ ਤੇ ਹੋਰ ਫਿਰ ਕਰਨਾ ਵੀ ਕੀ? ਸਾਡਾ ਕਾਰੋਬਾਰ ਮਾਲ ਡੰਗਰ ਹੈ, ਜ਼ਿਮੀਂਦਾਰ ਹੈ। टिकटॉक पर या मोटिवेशनल स्पीकर बनने से पहले आपको किन किन मुश्किलात का सामना करना पड़ा? किन किन मुश्किलात से आप गुजर कर आगे गए हैं? देखो, वो मर्द नहीं जो डर जाए हालात के खूनी मंजर से, जिस दौर में जीना मुश्किल हो उस दौर में जीना लाजम है। सो बड़े सारे ऐसे मामलात, बड़े सारे ऐसे वाक़यात, बड़ियां सारियां ऐसियां प्रॉब्लमां जिन्हां नाल टक्कर लैना, जिन्हां दे नाल उलझना, जिन्हां दे नाल खैना, ਉਹਨਾਂ ਨੂੰ ਫੇਸ ਕਰਨਾ, ਫਿਰ ਉਹਨਾਂ ਤੋਂ ਸਿੱਖ ਕੇ ਫਿਰ ਅੱਗੋਂ ਆਪਣੇ ਅਗਲੇ ਸਫ਼ਰ ਦਾ ਆਗਾਜ਼ ਕਰਨਾ। ਸੋ ਮੇਰੇ ਜ਼ਿੰਦਗੀ ਦੇ ਵਿੱਚ ਬੜੇ ਸਾਰੇ ਐਸੇ ਵਾਕਿਆਤ ਨੇ ਕਿ ਜਿਹੜੇ ਮੇਰੇ ਜ਼ਾਤੀ ਆਪਣੇ ਨੇ, ਮੈਂ ਸੁਣੇ ਨੇ।
ਸੋ ਉਹਨਾਂ ਤੋਂ ਹੀ ਮੈਂ ਸਿੱਖ ਕੇ ਸਾਰਾ ਕੁਝ ਵੇਖ ਜਾਚ ਕੇ ਤੇ ਅਲਹਮਦੁਲਿਲਾ ਮੈਂ ਅੱਗੋਂ ਸ਼ੁਰੂ ਹੋਇਆ ਵਾਂ। ਸੋਨਾ ਜਦੋਂ ਬਣਦਾ ਹੈ ਉਹਨੂੰ ਅੱਗ ਦੇ ਵਿੱਚ ਇੱਕ ਵਾਰੀ ਤਪਣਾ ਪੈਂਦਾ। ਹਾਂਜੀ, ਸੋਨਾ ਬਣਨ ਵਾਸਤੇ ਅੱਗ ਦੇ ਵਿੱਚ ਤਪਣਾ ਪੈਂਦਾ। ਇਸ ਸਵਾਲ ਨੂੰ ਜਿਹੜਾ ਮੈਂ ਜਵਾਬ ਦਿੱਤਾ, ਇਹਨੂੰ ਖੋਲਿਓ, ਬੜੀ ਲੰਮੀ वजाहत होएगी। आपकी कितनी शादियां हैं? और अगर कोई लड़की आपको ऑफर करती है कि हमारे साथ शादी करो, उनको क्या पैगाम देंगे? क्या ख्याल है आपका? ਦੱਸੋ, ਵੇਖੋ ਗੱਲ ਇਸ ਤਰ੍ਹਾਂ ਹੈ ਕਿ ਮੇਰੀ ਅਲਹਮਦੁਲਿਲਾ ਸ਼ਾਦੀ ਹੋ ਚੁੱਕੀ ਹੈ, ਮੈਨੂੰ ਜ਼ਰੂਰਤ ਨਹੀਂ ਹੈ ਦੂਸਰੀ ਸ਼ਾਦੀ ਦੀ। ਮੇਰੀ ਫੈਮਿਲੀ ਮੁਕੰਮਲ ਹੈ, ਮੇਰੇ 2 यानी कि आपकी एक शादी है? ਮੇਰੀ ਇੱਕੋ ਸ਼ਾਦੀ ਹੋਈ ਹੈ ਔਰ ਮੈਨੂੰ ਦੂਸਰੀ ਦੀ ਅਜੇ ਜ਼ਰੂਰਤ ਵੀ ਨਹੀਂ अगर कोई इतनी लड़की ऑफर कर दे आपको? ਹੈਗੀ ਹੈ। ਇਸ ਉਮਰ 'ਚ ਉਹਨੂੰ ਕੀ ਆਫਰ ਕਰਕੇ ਕਰਨ। नहीं, उसको पता नहीं टिकटॉकर इतने मशहूर मरूफ हैं, सियासत से भी तल्लक है इनका हर लिहाज से, तो कोई करता है पसंद, यानी कि ऑफर कर देती है, यानी कि आप क्या पैगाम देंगे? ਖੁਦਾ ਨਹਾਸਤਾ ਜੇ ਅਗਰ ਕਰ ਵੀ ਛੜੇ ਤਾਂ ਉਹਨੂੰ ਪਤਾ ਵਡੇਰਾ ਬੰਦਾ ਇਹਨੂੰ ਇਸ ਉਮਰ 'ਚ ਕਰਕੇ ਕੀ ਕਰਨੀ, ਆਫਰ ਕਰਕੇ ਕਿਸੇ ਗਲਤੀ ਹੀ ਕਰਨੀ ਹੈ ਹੁਣ। आपके पास कौन कौन सी गाड़ियां हैं और किस पर ज्यादा सफर करना पसंद करते हैं? कौन सी गाड़ी है वो? ਇੱਕ 70 ਜੇ, ਇੱਕ ਮੋਟਰਸਾਈਕਲ ਤੇ ਇੱਕ GLI ਹੈ। ਜਦੋਂ ਕਿਤੇ ਦੂਰ ਸਫ਼ਰ ਤੇ ਜਾਣਾ ਹੋਵੇ ਜਾਂ ਕੋਈ ਮਜਬੂਰੀ ਹੋਵੇ ਜਾਂ ਕੋਈ ਫੈਮਿਲੀ ਨਾਲ ਹੋਵੇ ਤੇ ਫਿਰ ਤੇ ਗੱਡੀ GLI ਤੇ ਜਾਈਦਾ, ਤੇ ਵਰਨਾ ਮੋਟਰਸਾਈਕਲ ਦੇ ਉੱਤੇ ਮੈਂ ਕਰੀਬ ਵੀ ਆਪਣੇ ਪਿੰਡਾਂ ਦੇ ਇਰਦ ਗਿਰਦ ਵੀ ਮੋਟਰਸਾਈਕਲ ਤੇ ਹੀ ਜਾਣਾ। जो लोग आपके खिलाफ सोशल मीडिया पर झूठे बेबुनियाद प्रोपोगंडे बनाते हैं, उनको क्या पैगाम देंगे? ਉਹਨਾਂ ਦਾ ਸ਼ੁਕਰੀਆ ਅਦਾ ਕਰਨਾ ਜਿੰਨਾ ਉਹ ਮੇਰੇ ਖਿਲਾਫ ਮੁਹਿੰਮ ਚਲਾਉਂਦੇ ਨੇ, ਜਿੰਨਾ ਮੇਰੇ ਖਿਲਾਫ ਬੋਲਦੇ ਨੇ, ਜਿੰਨਾ ਮੇਰੇ ਖਿਲਾਫ ਵਰਕ ਕਰਦੇ ਨੇ। ਅੱਲਾਹ ਪਾਕ ਦੀ ਜ਼ਾਤ ਉਨਾ ਹੀ ਮੈਨੂੰ ਮਜ਼ੀਦ ਇੱਜ਼ਤ ਦੇ ਛੱਡਦਾ। ਜਿੰਨਾ ਉਹ ਮੈਨੂੰ ਦਬਾਉਂਦੇ ਨੇ ਮੈਂ ਉਹਨਾਂ ਆਪ ਜਾਣਨਾ। ਸੋ ਮੈਂ ਉਹਨਾਂ ਦਾ ਸ਼ੁਕਰੀਆ ਅਦਾ ਕਰਨਾ, ਕਿਉਂਕਿ ਜਿਹੜੇ ਮੁਖਾਲਫੀਨ ਨੇ, ਨਾਕਦੀਨ ਨੇ, ਹਾਸਦੀਨ ਨੇ, ਜਾਂ ਜਿਹੜੇ ਬੰਦੇ ਮਤਲਬ ਇਖਤਲਾਫ ਰੱਖਦੇ ਨੇ, ਉਹ ਮੇਰੇ ਨਜ਼ਦੀਕ ਇਸ ਵਾਸਤੇ ਕਾਬਲੇ ਇਹਤਰਾਮ ਨੇ ਕਿ ਉਹ ਆਪੋਜੀਸ਼ਨ ਨਹੀਂ ਬਣਦੇ ਨੇ। ਹਕੂਮਤ ਨੂੰ ਕਾਮਯਾਬ ਕਰਨ ਵਾਸਤੇ ਆਪੋਜੀਸ਼ਨ ਦਾ ਬੜਾ ਕਿਰਦਾਰ ਹੁੰਦਾ। ਅਗਰ ਆਪੋਜੀਸ਼ਨ ਤਨਕੀਦ ਨਾ ਕਰੇ, ਅਗਰ ਝੰਜੋੜੇ ਨਾ, ਅਗਰ ਅਸੈਂਬਲੀਆਂ ਦੇ ਵਿੱਚ ਹਕੂਮਤ ਦੇ ਖਿਲਾਫ ਉਹ ਬੋਲਣ ਨਾ, ਤੇ ਹਕੂਮਤ ਠੰਡੀ ਆਪਣੀ ਮਰਜ਼ੀ ਦੇ ਮੁਤਾਬਕ ਚੱਲਦੀ। ਜਦੋਂ ਉਹ ਆਪੋਜੀਸ਼ਨ ਉਹਨਾਂ ਨੂੰ ਝੰਜੋੜਦੀ ਹੈ ਤੇ ਉਹ ਜਿਹੜੇ ਹਕੂਮਤ ਕਰਨ ਵਾਲੇ ਨੇ ਉਹ ਫਿਰ ਠੀਕ ਹਕੂਮਤ ਕਰ। ਇਸੇ ਤਰ੍ਹਾਂ ਜਿਹੜੇ ਮੁਖਾਲਫੀਨ ਨੇ, ਜਿਨ੍ਹਾਂ ਨੂੰ ਅਸੀਂ ਪੰਜਾਬੀ 'ਚ ਸ਼ਰੀਕਾ ਵੀ ਕਹਿ ਸਕਦੇ ਹਾਂ, ਜੋ ਸ਼ਰੀਕ ਤੰਗ ਕਰਦੇ ਨੇ ਤੇ ਉਹ ਝੰਜੋੜਦੇ ਨੇ ਤੇ ਫਿਰ ਉਹ ਬੰਦਾ मतलब सही वर्क कर दे। तो मैं अपने मुखालफिन की बड़ी कदर करना, एहतराम करना। जिंदगी में कौन कौन सी ख्वाहिशात आपकी पूरी हो चुकी हैं और अभी कौन सी ख्वाहिशात बाकी हैं? हज़ारों ख्वाहिशें ऐसी कि हर ख्वाहिश पे दम निकले, बड़े निकले मेरे अरमा मगर फिर भी कम निकले। सो ख्वाहिशात का दायरा मेरा एडा वसी नहीं कि मेरी ख्वाहिशात पूरियां ना हो सकन, और मैं ऐसियां ख्वाहिशात रखदा भी नहीं कि ਜਿਹੜੀਆਂ पूरियां ना होन। अलहमदुलिल्लाह मेरियां ਜਿਹੜੀਆਂ नेक ख्वाहिशात रखियां सन पूरियां हो चुकियां। मजीद मैनू नहीं ज़रूरत नहीं है। मैं मुतमईन शख्स हाँ, मुतमईन। आगे आप जिंदगी किस तरह गुजारना चाहते हैं? सादगी दे नाल, आजिज़ी दे नाल, इनकसारी दे नाल और मखलूक खुदा दी खिदमत दे विच ही गुजारना चाहना। आप इतने ज्यादा सादा हैं, आजिज़ी भी है, ऐसा क्यों है? कुछ लोगों में तो जैसे ही सोशल वर्क पे आते हैं उनके गुरूर आ जाता है, तकब्बर आ जाता है, लेकिन आप जितने ऊपर लेवल पे जा रहे हैं उतनी आजिज़ी है हर आम आदमी को मिल जाते हैं। ये ऐसा क्यों है? हर किसी शख्स में नहीं है, आप में क्यों है? मेरा झुक के मिलना, मेरा आजिज़ी सादगी नाल मिलना, ओदी वजह है कि जो आला ज़र्फ होते हैं वो हमेशा झुक के मिलते हैं। क्यों कि सराही सर निगू होकर भरा करती है पैमाना। आप अपनी ज़िंदगी में कितने मुल्कों का विजिट कर चुके हैं? मैं तकरीबन 17 मुल्कों का विजिट कर चुके हैं, जिन्हां दे विचों 3 गल्फ ने, बाकी सारे यूरोप। आपको कौन सा शहर या कौन सा मुल्क सबसे ज़्यादा पसंद है? तुर्की का शहर इस्तांबुल मैनू सब तो ज़्यादा पसंद। जो लोग पढ़ लिख कर डिग्रियां हासिल कर चुके हैं और नौकरी की तलाश में ढूंढ रहे हैं, नौकरियां तलाश कर रहे हैं, उनको कोई ऐसा पैगाम दें कि वो अपना कारोबार करें, या क्या पैगाम देंगे अपने हवाले से बताएं? पठान वेख लो या क्रिश्चन वेख लो या तुसी खुददार लोग ऐसे वेख लो, वो बेशक पढ़े भी होना ते अपने निक्के जे कारोबार नूं तरजीह देंदे ने। छोटे तो छोटा कारोबार, जुत्तियां पालिश करना, कारोबार मसवाकां बेचना, कारोबार ਉਹਨਾਂ ਨੇ ਪਰਨੇ ਲਾਏ ਨੇ, ਐਨਕਾਂ ਲਾਈਆਂ ਨੇ, ਗਲਾਸਿਸ ਛਤੜੀਆਂ ਲਾਈਆਂ ਨੇ ਜਾਂ ਵਗੈਰਾ ਵਗੈਰਾ, ਉਹ ਛੋਟੇ ਛੋਟੇ ਕਾਰੋਬਾਰਾਂ ਨੂੰ ਤਰਜੀਹ ਦਿੰਦੇ ਨੇ
ਉਹ ਨੌਕਰੀ ਨੂੰ ਤਰਜੀਹ ਨਹੀਂ ਦਿੰਦੇ। ਜਿਹੜੇ ਵੀ ਬੰਦੇ ਨੇ ਅੱਗੇ ਵਧਣਾ ਹੈ, ਕੁਝ ਬਣਨਾ ਹੈ, ਉਹਨੂੰ ਚਾਹੀਦਾ ਆਪਣਾ ਕਾਰੋਬਾਰ करे, नौकरी ਦੀ ਬਜਾਏ ਆਪਣੇ ਕਾਰੋਬਾਰ ਨੂੰ ਤਰਜੀਹ ਦੇ। आप नेकी के काम में कितनी दिलचस्पी रखते हैं? आपको मैंने देखा बहुत सारा जगहों पे, जैसा कि आप अपने इलाके में मस्जिद तमीर करवा रहे थे, उस हवाले से भी बताएं। देखो बेशक जिन्ने मर्जी फेमस हो, बेशक जिन्ने मर्जी मालदार हो, बेशक तुसी जिन्ने मर्जी सोहने हो या जिड्डे मर्जी जवान हो, बिलाखर एक दिन तुसा खत्म होना। सो जेड़ा किरदार है तुहाडा वो जिंदा रहना, उन्हें खत्म नहीं होना। चाहे गंदा किरदार है चाहे अच्छा किरदार है, तुहाडा काम जेड़े ने ਉਹੀ ਤੁਹਾਨੂੰ ਜ਼ਿੰਦਾ ਰੱਖਣਗੇ। ਤੁਹਾਡੇ ਬੁਰੇ ਕੰਮ ਵੀ ਤੁਹਾਨੂੰ ਜ਼ਿੰਦਾ ਰੱਖਣਗੇ ਲੇਕਿਨ ਬੁਰੇ ਲਫ਼ਜ਼ਾਂ ਦੇ ਨਾਲ, ਤੁਹਾਡੇ ਅੱਛੇ ਕੰਮ ਵੀ ਤੁਹਾਨੂੰ ਜ਼ਿੰਦਾ ਰੱਖਣਗੇ ਲੇਕਿਨ ਅੱਛੇ ਲਫ਼ਜ਼ਾਂ ਦੇ ਨਾਲ। ਸੋ ਮੈਂ ਕਹਿੰਦਾ ਕਿ ਆਖਰ ਇਸ ਧਰਤੀ ਦੇ ਉੱਤੇ ਪਹਿਲਾਂ ਵੀ ਕਈ ਲੋਕ ਸਾਡੇ ਨਾਲੋਂ ਕਈ ਗੁਣਾ ਜ਼ਿਆਦਾ ਫੇਮਸ, ਕਈ ਗੁਣਾ ਜ਼ਿਆਦਾ ਪੈਸੇ ਵਾਲੇ, ਸਾਡੇ ਨਾਲੋਂ ਕਈ ਗੁਣਾ ਜ਼ਿਆਦਾ ਅਮੀਰ ਇੱਥੋਂ ਹੋ ਗੁਜ਼ਰੇ ਨੇ, ਉਹਨਾਂ ਦਾ ਅੱਜ ਨਾਮੋ ਨਿਸ਼ਾਨ ਵੀ ਨਹੀਂ। ਅਸਾਂ ਵੀ ਚਲੇ ਜਾਣਾ ਲੇਕਿਨ ਕੋਈ ਕੰਮ ਐਸੇ ਕਰਕੇ ਜਾਈਏ ਕਿ ਸਾਡੇ ਮਰਨ ਤੋਂ ਬਾਅਦ ਵੀ ਸਾਨੂੰ ਅੱਛੇ ਲਫ਼ਜ਼ਾਂ ਨਾਲ ਯਾਦ ਰੱਖਿਆ ਜਾਵੇ ਔਰ ਸਾਡੀ ਦੁਨੀਆ ਵੀ ਸੰਵਰ ਜੇ, ਸਾਡੀ ਆਖਰਤ ਵੀ ਸੰਵਰ ਜੇ। ਸੋ ਇਸੇ ਚੀਜ਼ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਆਪਣੇ ਦਿਲ 'ਚ ਦਿਮਾਗ 'ਚ ਗੱਲ ਬਿਠਾ ਕੇ ਤੇ ਮੈਂ ਇਹ ਕੰਮਾਂ ਦਾ ਸ਼ੌਕ ਰੱਖਣਾ ਔਰ ਇਹ ਕੰਮ ਕਰਨਾ ਕਿ ਅੱਲਾਹ ਪਾਕ ਦੀ ਜ਼ਾਤ ਹੋ ਸਕਦਾ ਇਹਨਾਂ ਕੰਮਾਂ ਦਾ ਸਦਕਾ ਹੀ ਸਾਡੇ ਤੇ ਆਪਣੀ ਰਹਿਮਤ ਕਰ ਸਕੇ। आप अपने सुनने वाले और देखने वालों को क्या पैगाम देंगे? ਆਪਣੇ ਸੁਣਨ ਵਾਲਿਆਂ, ਵੇਖਣ ਵਾਲਿਆਂ, ਜਿੰਨੇ ਵੀ ਸਾਰੇ ਸਾਡੇ ਪਿਆਰ ਕਰਨ ਵਾਲੇ ਨੇ, ਚਾਹਣ ਵਾਲੇ, ਉਹਨਾਂ ਸਾਰਿਆਂ ਨੂੰ ਇੱਕ ਸਾਂਝਾ ਪੈਗਾਮ ਦਿਆਂਗਾ। ਚਾਹੇ ਤੁਸੀਂ ਕਿਸੇ ਉਮਰ ਦੇ ਹੋ, ਕਿਸੇ ਇਲਾਕੇ ਦੇ ਹੋ, ਕਿਸੇ ਕੌਮ ਦੇ ਹੋ, ਕਿਸੇ ਮਜ਼ਹਬ ਦੇ ਹੋ, ਮੇਰਾ ਇੱਕ ਸਾਂਝਾ ਪੈਗਾਮ ਹੈ ਕਿ ਆਪਸ ਦੇ ਵਿੱਚ ਇਤਫਾਕ, ਇਤਿਹਾਦ, ਸਲੂਕ ਪੈਦਾ ਕਰੋ। ਚਾਹੇ ਘਰ ਹੈ, ਚਾਰ ਦੀਵਾਰੀ, ਬਰਾਦਰੀ ਹੈ, ਤੁਹਾਡਾ ਮਹੱਲਾ ਹੈ, ਤੁਹਾਡਾ ਪਿੰਡ ਹੈ ਜਾਂ ਕੋਈ ਤੁਹਾਡੀ ਯੂਨੀਅਨ ਹੈ, ਆਪਸ 'ਚ ਇਤਿਹਾਦ ਪੈਦਾ ਕਰੋ। ਯਾਦ ਰੱਖਿਓ ਤਬਾਹ ਹੋ ਜਾਓਗੇ, ਬਰਬਾਦ ਹੋ ਜਾਓਗੇ। ਫਾਰ ਐਗਜ਼ਾਮਪਲ ਕਿਸਾਨ ਨੇ, ਅੱਜ ਕਿਸਾਨ ਆਪਸ ਦੇ ਵਿੱਚ ਇਤਿਹਾਦ ਪੈਦਾ ਕਰ ਲੈਣ, ਇਤਫਾਕ ਪੈਦਾ ਕਰ ਲੈਣ, ਕਿਹੜਾ ਮੁਤਾਲਬਾ ਜਿਹੜਾ ਇਹਨਾਂ ਦਾ ਪੂਰਾ ਨਹੀਂ ਹੋ ਸਕਦਾ, ਲੇਕਿਨ ਸਹੀ ਮਾਅਨਿਆਂ ਦੇ ਵਿੱਚ ਇਹਨਾਂ ਦਾ ਆਪਸ ਦੇ ਵਿੱਚ ਇਤਿਹਾਦ ਹੋਇਆ ਹੀ ਨੇ। ਸੋ ਇਹਦੇ ਨਾਲ ਹੀ ਮੈਂ ਇਹ ਗੱਲ ਐਡ ਕਰਾਂਗਾ ਕਿ ਜਿਹੜੇ ਨੌਜਵਾਨ ਨੇ ਖੁਦਦਾਰੀ ਪੈਦਾ ਕਰੋ, ਖੁਦਦਾਰੀ ਪੈਦਾ ਕਰੋ। ਇੱਜ਼ਤ ਨਫਸ ਬੜੀ ਸ਼ੈ ਹੁੰਦੀ ਜਿਹੜੀ ਇੱਕ ਆਪਣੀ ਇੱਜ਼ਤ, ਅਸਮਤ, ਆਪਣਾ ਵਕਾਰ ਇਹਨੂੰ ਕਾਇਮ ਰੱਖੋ। ਜਦੋਂ ਤੁਸੀਂ ਆਪਣੀ ਬੇਕਦਰੀ ਕਰੋਗੇ, ਆਪਣੀ ਬੇਕਦਰੀ ਕਰੋਗੇ, ਤੁਹਾਡੀ ਕੋਈ ਕਦਰ ਨਹੀਂ ਕਰੇਗਾ। ਸੋ ਖੁਦਦਾਰੀ ਪੈਦਾ ਕਰੋ। ਮੰਗਣ ਦੀ ਬਜਾਏ, ਤਲੀ ਫੈਲਾਉਣ ਦੀ ਬਜਾਏ ਛੋਟੇ ਤੋਂ ਛੋਟਾ ਕੰਮ ਸ਼ੁਰੂ ਕਰ ਲਓ, ਛੋਟੇ ਤੋਂ ਛੋਟਾ, ਉਹ ਤੁਹਾਡੇ ਵਾਸਤੇ ਕਿਤੇ ਬਿਹਤਰ ਹੋਏਗਾ। ਸੋ ਇਤਫਾਕ ਹੋਵੇ, ਇਤਿਹਾਦ ਹੋਵੇ, ਸਲੂਕ ਹੋਵੇ, ਹੱਕ ਹਲਾਲ ਦੀ ਕਮਾਓ। ਆਪਣਾ, ਆਪਣੇ ਅਹਿਲੋ ਯਾਲ ਦਾ, ਗਰੀਬਾਂ, ਮਸਕੀਨਾਂ, ਯਤੀਮਾਂ, ਬੇਵਾ, ਮਜਬੂਰ, ਲਾਚਾਰ ਲੋਕਾਂ ਦਾ ਜ਼ਰੂਰ ਖਿਆਲ ਰੱਖੋ ਜਿੰਨੇ ਜੋਗੇ ਹੋ। ਔਰ ਇੱਕ ਗੱਲ ਮੈਂ, ਚਾਹੇ ਉਹ ਅਰਬਾਂ ਦੇ ਵਿੱਚ ਨੇ, ਚਾਹੇ ਪਾਕਿਸਤਾਨ ਨੇ, ਚਾਹੇ ਯੂਰਪਾਂ 'ਚ ਨੇ, ਜਿਹੜੇ ਫੋਰਮੈਨ ਲੋਕ ਨੇ, ਅਰਬਾਬ, ਕਫੀਲ ਜਾਂ ਜੋ ਵੀ ਸਰਬਰਾਹਾਨ ਨੇ, ਉਹਨਾਂ ਨੂੰ ਆਖਾਂਗਾ ਕਿ ਯਾਦ ਰੱਖਿਓ ਕੱਲ੍ਹ ਤੁਹਾਡੇ ਕੋਲੋਂ ਤੁਹਾਡੇ ਮਾਤਹਿਤਾਂ ਦੇ ਬਾਰੇ ਸਵਾਲ ਹੋਣਾ, ਤੁਹਾਡੇ ਕੋਲੋਂ ਤੁਹਾਡੇ ਅੰਡਰ ਲੋਕਾਂ ਦੇ ਬਾਰੇ ਪੁੱਛ ਹੋਣੀ। ਅਗਰ ਤੁਸੀਂ ਉਹਨਾਂ ਦੇ ਨਾਲ ਅੱਛਾ ਸਲੂਕ ਨਾ ਕੀਤਾ, ਕੱਲ੍ਹ ਉੱਥੇ ਤੁਹਾਡੇ ਮਾਤਹਿਤਾਂ ਦਾ ਹੱਥ ਹੋਏਗਾ, ਤੁਹਾਡਾ ਗਿਰੇਬਾਨ ਹੋਏਗਾ, ਕਿਵੇਂ ਜਵਾਬ ਦਿਓਗੇ? ਸੋ ਇਹ ਮੇਰਾ ਸਾਂਝਾ ਪੈगाम है। अगर समझ आ गई होवे, गरचे अंदाजे बयां शौक नहीं है, काश के तेरे दिल में उतर जाए मेरी बात जी। आखिर में कोई शेर वगैरह सुनाए जो आपको सबसे ज्यादा फेवरेट हो आपका। तेरियां गल्लां मेरियां गल्लां जान के लोकां फेरियां गल्लां, साडियां गल्लां कट्ठियां गल्लां करया कर कुछ मट्ठियां गल्लां, ਤੈਨੂੰ ਸਹਿ ਸਮਝਾਈਆਂ ਗੱਲਾਂ, ਤੇਰੀ ਸਮਝ ਨਹੀਂ ਆਈਆਂ ਗੱਲਾਂ, ਗੱਲਾਂ ਨਾਲ ਰਲਾਈਆਂ ਗੱਲਾਂ, ਜੀਭਾਂ ਹੇਠ ਲਗਾਈਆਂ ਗੱਲਾਂ, ਕਰਿਆ ਕਰ ਕੁਝ ਸੱਚੀਆਂ ਗੱਲਾਂ, ਗਲ ਪੈ ਜਾਸਨ ਕੱਚੀਆਂ ਗੱਲਾਂ। क्या बात है। नवाब न्यूज़ एचडी चैनल के बारे में आप क्या पैगाम देंगे इस अदारे को और इसके काम के इस वर्क को? ਤੁਹਾਡੇ ਕੰਮ ਨੂੰ ਵੇਖਦਿਆਂ ਹੋਇਆ ਸਿਰਫ ਆਖਰ ਦੇ ਉੱਤੇ ਇਹ ਪੈਗਾਮ ਦਿਆਂਗਾ ਕਿ ਵੇਖਣ ਵਾਲਿਆਂ ਨੂੰ ਅੱਛੀਆਂ ਵੀਡੀਓ ਵੇਖਣ ਨੂੰ ਮਿਲ ਰਹੀਆਂ ਨੇ ਔਰ ਯਕੀਨਨ ਉਹ ਵੇਖ ਕੇ ਇੰਟਰਟੇਨ ਵੀ ਹੁੰਦੇ ਨੇ, ਇੰਜੋਏ ਵੀ ਕਰਦੇ ਨੇ ਔਰ ਤੁਹਾਡੀ ਅਗਲੀ ਵੀਡੀਓ ਦਾ ਇੰਤਜ਼ਾਰ ਕਰਦੇ ਨੇ। ਇਸੇ ਤਰ੍ਹਾਂ ਰਿਜ਼ਵਾਨ ਭਾਈ ਤੁਹਾਡਾ ਸ਼ੁਕਰੀਆ ਅਦਾ ਕਰਨਾ ਤੇ ਔਰ ਨਵਾਬ ਨਿਊਜ਼ ਵਗੈਰਾ ਵਗੈਰਾ ਔਰ ਜਿੰਨੇ ਵੇਖਣ ਵਾਲੇ ਨੂੰ ਸਾਰਿਆਂ ਨੂੰ ਆਖਾਂਗਾ ਕਿ ਚੈਨਲ ਸਬਸਕ੍ਰਾਈਬ ਕਰੋ, ਇਹਨਾਂ ਦਾ ਅੱਛੀਆਂ ਵੀਡੀਓ ਬਣਾਉਂਦੇ ਨੇ। ਅੱਲਾਹ ਪਾਕ ਦੀ ਜ਼ਾਤ ਨੂੰ ਮਜ਼ੀਦ ਇੱਜ਼ਤਾਂ, ਅਜ਼ਮਤਾਂ और तरक्कियां दे नाल नवाजे। जज़ाकल्लाह। शुक्रिया जी। इसके साथ ही दीजिए इजाज़त। अल्लाह हाफिज़।